हाँ जी स्टूडेंट्स, लास्ट टाइम ਤੁਸੀਂ ਬੋਹਰ ਦੇ ਐਟੋਮਿਕ ਮਾਡਲ ਦੀਆਂ ਜੋ ਲਿਮਿਟੇਸ਼ਨਸ ਸੀ ਉਹ ਡਿਸਕਸ ਕੀਤੀਆਂ ਤੇ ਉਹਨਾਂ ਲਿਮਿਟੇਸ਼ਨਸ ਨੂੰ ਦੂਰ ਕਰਨ ਦੇ ਲਈ ਫਿਰ ਕੁਝ ਸਾਇੰਟਿਸਟ ਜਿਹੜੇ ਉਹਨਾਂ ਨੇ ਮਿਲ ਕੇ ਇੱਕ ਨਵਾਂ ਕਨਸੈਪਟ ਇੰਟਰੋਡਿਊਸ ਕੀਤਾ ਤੇ ਉਹ ਸੀ ਮਾਡਰਨ ਕਨਸੈਪਟ ਆਫ ਸਟਰਕਚਰ ਆਫ ਐਟਮ ਔਰ ਇਹਨੂੰ ਨਾਮ ਦਿੱਤਾ ਗਿਆ ਕੁਆਂਟਮ ਮਕੈਨੀਕਲ ਮਾਡਲ QUANTUM ਕੁਆਂਟਮ ਮਕੈਨੀਕਲ ਮਾਡਲ। ਸੋ ਇਹ ਮਾਡਰਨ ਕਨਸੈਪਟ ਜਾਂ ਕੁਆਂਟਮ ਮਕੈਨੀਕਲ ਮਾਡਲ ਪਹਿਲਾਂ ਇਹਦੇ ਲਈ ਵੀ ਕੁਝ ਜੋ ਟੌਪਿਕ ਹੈ ਉਹਨਾਂ ਨੇ ਇੰਟਰੋਡਿਊਸ ਕੀਤੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਹੁਣ ਜਿਹੜੇ ਸਾਇੰਟਿਸਟ ਹੋਏ ਸੀ ਬਾਅਦ 'ਚ ਉਹਨਾਂ ਨੇ ਫਿਰ ਕੁਆਂਟਮ ਮਕੈਨੀਕਲ ਮਾਡਲ ਜੋ ਹੈ ਉਹ ਐਟਮ ਦੀ ਸਟਰਕਚਰ ਦੇ ਲਈ ਪ੍ਰੋਵਾਈਡ ਕਰਵਾਇਆ ਸਾਨੂੰ। ਜੋ ਲੇਟੈਸਟ ਜੋ ਹੁਣ ਤੱਕ ਆਪਾਂ ਡਿਸਕਸ ਕਰਦੇ ਆ ਰਹੇ ਹਾਂ ਜਿਸ 'ਤੇ ਬੇਸਡ ਸਾਰੇ ਹੀ ਟੌਪਿਕ ਜੋ ਹੈ ਉਹ ਡਿਸਕਸ ਕੀਤੇ ਜਾਂਦੇ ਆ ਉਹ ਕੁਆਂਟਮ ਮਕੈਨੀਕਲ ਮਾਡਲ ਹੈ। ਤੇ ਇੱਥੇ ਅੱਗੇ ਲਿਖਿਆ ਹੋਇਆ ਟੂ ਓਵਰਕਮ ਦ ਲਿਮਿਟੇਸ਼ਨਸ ਆਫ ਬੋਹਰਸ ਮਾਡਲ ਟੂ ਇੰਪੋਰਟੈਂਟ ਡਿਵੈਲਪਮੈਂਟਸ ਕੰਟਰੀਬਿਊਟ ਸਿਗਨੀਫੀਕੈਂਟਲੀ। ਕਹਿੰਦੇ ਜੋ ਬੋਹਰ ਦੇ ਐਟੋਮਿਕ ਮਾਡਲ ਦੇ ਵਿੱਚ ਕਮੀਆਂ ਰਹਿ ਗਈਆਂ ਸੀ ਉਹਨਾਂ ਨੂੰ ਦੂਰ ਕਰਨ ਦੇ ਲਈ ਦੋ ਜੋ ਹੈ ਬਹੁਤ ਇੰਪੋਰਟੈਂਟ ਡਿਵੈਲਪਮੈਂਟਸ ਜਿਹੜੀਆਂ ਉਹਨਾਂ ਨੇ ਬਹੁਤ ਕੰਟਰੀਬਿਊਸ਼ਨ ਜੋ ਹੈ ਵਧੀਆ ਦਿੱਤੀ ਐਂਡ ਥੀਸ ਆਰ ਕਿਹੜੀਆਂ ਸੀ। ਨੰਬਰ 1 ਡਿਊਲ ਨੇਚਰ ਆਫ ਮੈਟਰ। ਜਿਵੇਂ ਬੋਹਰ ਨੇ ਜਦੋਂ ਐਟੋਮਿਕ ਮਾਡਲ ਦਿੱਤਾ, ਜਦੋਂ ਉਹਨੇ ਰਦਰਫੋਰਡ ਦੀਆਂ ਜੋ ਸ਼ਾਰਟਕਮਿੰਗ ਸੀ ਜਾਂ ਲਿਮਿਟੇਸ਼ਨਸ ਉਹਨਾਂ ਨੂੰ ਦੂਰ ਕੀਤਾ ਤਾਂ ਉਹਨੇ ਵੀ ਦੋ ਜੋ ਹੈ ਉਹ ਡਿਵੈਲਪਮੈਂਟਸ ਉਸ ਸਮੇਂ ਦਿੱਤੀਆਂ ਸੀ ਜਿਨ੍ਹਾਂ ਦੇ ਵਿੱਚ ਇੱਕ ਸੀ ਡਿਊਲ ਨੇਚਰ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ। ਸੋ ਉਸ ਤੋਂ ਬਾਅਦ ਦੇ ਵਿੱਚ ਫਿਰ ਇੱਕ ਸਾਇੰਟਿਸਟ ਇੱਥੇ ਹੋਇਆ ਸਾਡੇ ਕੋਲ ਡੀ ਬਰੋਗਲੀ। ਇਹਨੇ ਕਿਹਾ ਸੀ ਕਿ ਜਿਵੇਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਜਿਹੜੀਆਂ ਨੇ ਜਿਵੇਂ ਉਹਨਾਂ ਦਾ ਡਿਊਲ ਕਰੈਕਟਰ ਹੁੰਦਾ ਹੈ ਉਸੇ ਤਰ੍ਹਾਂ ਜਿੰਨੇ ਵੀ ਮਟੀਰੀਅਲ ਪਾਰਟੀਕਲਸ ਨੇ ਮੈਟਰ ਹੈ ਜੋ ਹਰ ਇੱਕ ਚੀਜ਼ ਜੋ ਹੈ ਇਸ ਧਰਤੀ ਦੇ ਉੱਤੇ ਉਹਨੂੰ ਮੈਟਰ ਕਹਿ ਦਿੰਦੇ ਆ। ਸੋ ਜਿੰਨਾ ਵੀ ਮਟੀਰੀਅਲ ਪਾਰਟੀਕਲਸ ਨੇ ਕਹਿੰਦੇ ਸਾਰਿਆਂ ਦਾ ਹੀ ਡਿਊਲ ਕਰੈਕਟਰ ਹੁੰਦਾ। ਡਿਊਲ ਕਰੈਕਟਰ ਮੀਨਸ ਕਿ ਜਿਹੜੇ ਮਟੀਰੀਅਲ ਪਾਰਟੀਕਲਸ ਨੇ ਉਹ ਪਾਰਟੀਕਲ ਨੇਚਰ ਵੀ ਸ਼ੋ ਕਰਦੇ ਆ ਤੇ ਉਹਨਾਂ ਦਾ ਵੇਵ ਨੇਚਰ ਵੀ ਹੁੰਦਾ ਮਤਲਬ ਵੇਵਸ ਦੀ ਤਰ੍ਹਾਂ ਵੀ ਪਾਰਟੀਕਲ ਜੋ ਹੈ ਉਹ ਟਰੈਵਲ ਕਰ ਸਕਦੇ ਆ। ਸੋ ਇਹ ਟੌਪਿਕ ਇੱਥੇ ਡਿਸਕਸ ਕੀਤਾ ਹੋਇਆ ਆਪਾਂ ਇੱਥੇ ਡਿਸਕਸ ਕਰਾਂਗੇ। ਇਹਦੇ 'ਚ ਲਿਖਿਆ ਹੋਇਆ ਆਇਨਸਟਾਈਨ ਹੈਜ਼ ਸੁਜੈਸਟਡ ਦੈਟ ਲਾਈਟ ਕੈਨ ਬਿਹੇਵ ਐਜ਼ ਏ ਵੇਵ ਐਜ਼ ਵੈਲ ਐਜ਼ ਏ ਪਾਰਟੀਕਲ। ਕਹਿੰਦੇ ਆਇਨਸਟਾਈਨ ਨੇ ਇਹ ਸੁਜੈਸਟ ਕੀਤਾ ਸੀ ਸਾਨੂੰ ਕਿ ਜਿਹੜੀ ਲਾਈਟ ਹੈ ਉਹਦਾ ਡਿਊਲ ਕਰੈਕਟਰ ਹੁੰਦਾ ਉਹ ਇੱਕ ਵੇਵ ਦੀ ਤਰ੍ਹਾਂ ਵੀ ਬਿਹੇਵ ਕਰ ਸਕਦੀ ਹੈ ਤੇ ਨਾਲ ਦੀ ਨਾਲ ਹੀ ਇੱਕ ਪਾਰਟੀਕਲ ਦੀ ਤਰ੍ਹਾਂ ਵੀ। ਇਹ ਤੁਸੀਂ ਪੜ੍ਹ ਚੁੱਕੇ ਆ ਪਹਿਲਾਂ ਇਹਦਾ ਵੇਵ ਨੇਚਰ ਤੇ ਪਾਰਟੀਕਲ ਨੇਚਰ ਲਾਈਟ ਦਾ ਜਾਂ ਫਿਰ ਇਲੈਕਟ੍ਰੋਮੈਗਨੈਟਿਕ ਵੇਵਸ ਉਹ ਵੀ ਲਾਈਟ ਹੀ ਹੁੰਦੀ ਹੈ ਤੇ ਇਹ ਟੌਪਿਕ ਤੁਸੀਂ ਪਹਿਲਾਂ ਡਿਸਕਸ ਕਰ ਲਿਆ। ਦੈਟ ਇਜ਼ ਇਟ ਹੈਜ਼ ਡਿਊਲ ਕਰੈਕਟਰ ਕਿ ਇਹਦਾ ਡਿਊਲ ਕਰੈਕਟਰ ਹੁੰਦਾ ਲਾਈਟ ਦਾ। ਬਟ ਇਨ 1924 ਡੀ ਬਰੋਗਲੀ ਸੁਜੈਸਟਡ ਦੈਟ just as light has dual character, in the same way all microscopic particles like electrons, protons, atoms, molecules etc. also have dual character। ਪਰ ਕਹਿੰਦੇ 1924 ਦੇ ਵਿੱਚ ਇੱਕ ਸਾਇੰਟਿਸਟ ਹੋਇਆ ਡੀ ਬਰੋਗਲੀ, ਉਹਨੇ ਇਹ ਸੁਜੈਸਟ ਕੀਤਾ ਕਿ ਜਿਵੇਂ ਲਾਈਟ ਦਾ ਡਿਊਲ ਕਰੈਕਟਰ ਹੁੰਦਾ ਉਸੇ ਤਰ੍ਹਾਂ ਹੀ ਜਿੰਨੇ ਵੀ ਮਾਈਕਰੋਸਕੋਪਿਕ ਪਾਰਟੀਕਲਸ ਨੇ ਜਿਵੇਂ ਇਲੈਕਟ੍ਰੋਨਸ ਹੈ ਮਤਲਬ ਮਾਈਕਰੋਸਕੋਪ ਦੀ ਹੈਲਪ ਦੇ ਨਾਲ ਜਿਹੜੇ ਦੇਖੇ ਜਾ ਸਕਦੇ ਆ ਬਹੁਤ ਸਮੋਲੈਸਟ ਪਾਰਟੀਕਲਸ ਜਿਹੜੇ ਇਲੈਕਟ੍ਰੋਨਸ ਹੋ ਗਏ, ਪ੍ਰੋਟੋਨਸ ਹੈ, ਐਟਮਸ ਜਾਂ ਮੋਲੀਕਿਊਲਸ ਇਹੋ ਜਿਹੇ ਜਿੰਨੇ ਵੀ ਪਾਰਟੀਕਲਸ ਨੇ ਇਹਨਾਂ ਦਾ ਵੀ ਕਹਿੰਦੇ ਡਿਊਲ ਕਰੈਕਟਰ ਹੁੰਦਾ। ਦੈਨ ਅਕੋਰਡਿੰਗ ਟੂ ਡੀ ਬਰੋਗਲੀ ਤੇ ਫਿਰ ਉਹਨੇ ਇਸ ਡਿਊਲ ਕਰੈਕਟਰ ਤੇ ਬੇਸਡ ਫਿਰ ਇੱਕ ਡੈਫੀਨੇਸ਼ਨ ਦਿੱਤੀ ਸੀ। ਲਿਖਿਆ ਹੋਇਆ ਆਲ ਮਟੀਰੀਅਲ ਪਾਰਟੀਕਲਸ ਇਨ ਮੋਸ਼ਨ ਪੋਜੈਸਸ ਵੇਵ ਕਰੈਕਟਰਿਸਟਿਕਸ। ਜਿੰਨੇ ਵੀ ਮਟੀਰੀਅਲ ਪਾਰਟੀਕਲਸ ਹੁੰਦੇ ਨੇ ਜਿਵੇਂ ਆਹ ਦੱਸਿਆ ਤੁਹਾਨੂੰ ਇਲੈਕਟ੍ਰੋਨ ਹੈ, ਪ੍ਰੋਟੋਨ ਹੈ, ਐਟਮਸ, ਮੋਲੀਕਿਊਲਸ ਕਹਿੰਦੇ ਜਦੋਂ ਮੋਸ਼ਨ 'ਚ ਹੁੰਦੇ ਆ ਜਦੋਂ ਮੂਵ ਕਰਦੇ ਆ ਤਾਂ ਉਸ ਸਮੇਂ ਉਹ ਵੇਵ ਨੇਚਰ ਜੋ ਹੈ ਉਹ ਪੋਜੈਸ ਕਰਦੇ ਆ। ਮੀਨਸ ਉਹਨਾਂ ਦੀਆਂ ਜੋ ਪ੍ਰੋਪਰਟੀਜ਼ ਨੇ ਉਹ ਵੇਵਸ ਦੀ ਤਰ੍ਹਾਂ ਜੋ ਪ੍ਰੋਪਰਟੀਜ਼ ਨੇ ਕਿ ਵੇਵਸ ਜਿਵੇਂ ਟਰੈਵਲ ਕਰਦੀਆਂ ਇਸ ਤਰ੍ਹਾਂ ਕ੍ਰੈਸਟ ਐਂਡ ਟਰੰਫ ਹੁੰਦੇ ਆ ਜਾਂ ਵੇਵਸ ਦੀ ਵੇਵ ਲੈਂਥ ਹੁੰਦੀ ਹੈ, ਵੇਵਸ ਦੀ ਫਰੀਕੁਐਂਸੀ ਹੁੰਦੀ ਹੈ, ਵੇਵ ਨੰਬਰ ਕੈਲਕੂਲੇਟ ਕਰ ਸਕਦੇ ਆ। ਮਤਲਬ ਜੋ ਵੇਵਸ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਉਹੀ ਫਿਰ ਜਿਹੜੇ ਮਟੀਰੀਅਲ ਪਾਰਟੀਕਲਸ ਨੇ ਉਹਨਾਂ ਦੀਆਂ ਵੀ ਵਿਸ਼ੇਸ਼ਤਾਵਾਂ ਉਹੀ ਹੁੰਦੀਆਂ ਨੇ। ਬਟ ਇੱਕ ਕੰਡੀਸ਼ਨ ਸੀ ਕਿ ਜਦੋਂ ਉਹ ਮੋਸ਼ਨ 'ਚ ਹੁੰਦੀਆਂ ਨੇ ਮਤਲਬ ਜਦੋਂ ਮੂਵ ਕਰ ਰਹੀਆਂ। ਮੀਨਸ ਜਿੰਨੇ ਵੀ ਇਲੈਕਟ੍ਰੋਨਸ ਜਦੋਂ ਮੂਵ ਕਰਦੇ ਆ, ਜਿੰਨੇ ਪ੍ਰੋਟੋਨਸ ਮੂਵ ਕਰਦੇ ਆ, ਜਿੰਨੇ ਐਟਮਸ ਜਾਂ ਮੋਲੀਕਿਊਲਸ ਮੂਵ ਕਰਦੇ ਆ, ਜਦੋਂ ਇਹ ਮੂਵ ਕਰਦੇ ਹੋਣਗੇ ਤਾਂ ਇਹਨਾਂ ਦੀਆਂ ਪ੍ਰੋਪਰਟੀਜ਼ ਵੇਵਸ ਦੀ ਤਰ੍ਹਾਂ ਹੋਣਗੀਆਂ ਕਿ ਵੇਵਸ ਦੀ ਤਰ੍ਹਾਂ ਇਹਨਾਂ ਦੀ ਵੇਵ ਲੈਂਥ ਵੀ ਕੈਲਕੂਲੇਟ ਕੀਤੀ ਜਾ ਸਕਦੀ ਹੈ, ਇਹਨਾਂ ਦੀ ਫਰੀਕੁਐਂਸੀ ਵੀ, ਇਹਨਾਂ ਦਾ ਵੇਵ ਨੰਬਰ ਵੀ, ਐਂਪਲੀਟਿਊਡ ਵੀ, ਇਹ ਪ੍ਰੋਪਰਟੀਜ਼ ਇਹਨਾਂ ਦੀਆਂ ਜ਼ਰੂਰ ਡਿਸਕਸ ਕੀਤੀਆਂ ਜਾ ਸਕਦੀਆਂ ਨੇ ਬਟ ਜਦੋਂ ਇਹ ਮੋਸ਼ਨ ਦੇ ਵਿੱਚ ਹੋਣ। ਤੇ ਇਸੇ ਤਰ੍ਹਾਂ ਫਿਰ ਉਹਨੇ ਇਹ ਜੋ ਮਟੀਰੀਅਲ ਪਾਰਟੀਕਲਸ ਨੇ ਉਹਨਾਂ ਦੀ ਵੇਵ ਲੈਂਥ ਕੈਲਕੂਲੇਟ ਕਰਨ ਦੇ ਲਈ ਡੀ ਬਰੋਗਲੀ ਨੇ ਇੱਕ ਰਿਲੇਸ਼ਨ ਦਿੱਤਾ ਸੀ। ਅਕੋਰਡਿੰਗ ਟੂ ਡੀ ਬਰੋਗਲੀ ਦ ਵੇਵ ਲੈਂਥ ਐਸੋਸੀਏਟਡ ਵਿਦ ਏ ਪਾਰਟੀਕਲ m
मूविंग विद सॉरी विद ए पार्टिकल हैविंग मास m, ਇੱਥੇ ਲਿਖ ਦੇਣਾ, ਲਿਖਿਆ ਨਹੀਂ ਹੋਇਆ ਪਹਿਲਾਂ, हैविंग mass m मूविंग विद velocity v is given by the relation। ਕਹਿੰਦੇ ਡੀ ਬਰੋਗਲੀ ਦੇ ਅਨੁਸਾਰ ਇੱਕ ਪਾਰਟੀਕਲ ਜਿਹਦੀ ਵੇਵਲੈਂਥ ਜੋ ਹੈ ਉਹ ਕੈਲਕੂਲੇਟ ਕੀਤੀ ਜਾ ਸਕਦੀ ਹੈ ਜਿਹਦਾ ਮਾਸ m ਹੋਵੇ ਤੇ ਵੈਲੋਸਿਟੀ v ਹੋਵੇ, ਤੇ ਉਹ ਵੇਵਲੈਂਥ ਲੈਮਡਾ ਇਜ਼ ਇਕੁਅਲ ਟੂ h ਅਪੋਨ mv। ਲੈਮਡਾ ਵੇਵਲੈਂਥ ਹੈ, h ਪਲੈਂਕਸ ਕਾਂਸਟੈਂਟ, m ਮਾਸ ਤੇ v ਵੈਲੋਸਿਟੀ ਆਫ ਮਟੀਰੀਅਲ ਪਾਰਟੀਕਲ। ਤੇ ਇਹ ਜੋ ਰਿਲੇਸ਼ਨ ਦਿੱਤਾ ਸੀ ਇਹਨੂੰ ਡੀ ਬਰੋਗਲੀ ਰਿਲੇਸ਼ਨਸ਼ਿਪ ਦਾ ਨਾਮ ਦਿੱਤਾ ਜਾਂਦਾ ਹੈ। ਤੇ ਇਹ ਡੀ ਬਰੋਗਲੀ ਰਿਲੇਸ਼ਨਸ਼ਿਪ ਜੋ ਹੈ ਇਹਦੀ ਵੀ ਡੈਰੀਵੇਸ਼ਨ ਹੈ ਕਿ ਕਿੱਥੋਂ ਆਇਆ ਸੀ ਇਹ ਡੀ ਬਰੋਗਲੀ ਰਿਲੇਸ਼ਨਸ਼ਿਪ, ਤੇ ਇਹ ਕੁਐਸਚਨ ਪੇਪਰਾਂ 'ਚ ਵੀ ਆ ਜਾਂਦਾ ਹੈ, ਡੈਰੀਵੇਸ਼ਨ ਆਫ ਡੀ ਬਰੋਗਲੀ ਰਿਲੇਸ਼ਨਸ਼ਿਪ। ਸੋ ਇਹ ਟੌਪਿਕ ਆਪਾਂ ਹੁਣ ਇੱਥੇ ਕਰਨਾ ਹੈ। The relationship may be derived by combining the mass energy relationships given by Max Planck and Einstein। और स्पैलिंग आइंस्टाइन ਦੇ ਗਲਤ ਲਿਖੇ ਹੋਏ ਹੈ, ਇੱਥੇ ਲਿਖੇ ਹੋਏ ਆ ਠੀਕ ਤੁਸੀਂ ਇਸ ਤਰ੍ਹਾਂ ਲਿਖ ਲੈਣੇ। ਕਹਿੰਦੇ ਜੋ ਰਿਲੇਸ਼ਨਸ਼ਿਪ ਹੈ ਆ ਜੋ ਤੁਸੀਂ ਉੱਪਰ ਕਹਿੰਦੇ ਜੋ ਲਿਖਿਆ ਹੈ ਇਹ ਦੋ ਜਿਹੜੇ ਨੇ ਰਿਲੇਸ਼ਨਸ਼ਿਪਸ ਉਹਨਾਂ ਨੂੰ ਕੰਬਾਈਨ ਕਰਕੇ ਬਣਿਆ। ਕਿਹੜੇ ਕਿਹੜੇ? ਇੱਕ ਮੈਕਸ ਪਲੈਂਕ ਨੇ ਜੋ ਮਾਸ એનર્ਜੀ ਦਾ ਰਿਲੇਸ਼ਨਸ਼ਿਪ ਦਿੱਤਾ ਸੀ, ਤੇ ਦੂਜਾ ਆਇਨਸਟਾਈਨ ਨੇ ਜੋ ਰਿਲੇਸ਼ਨਸ਼ਿਪ ਦਿੱਤਾ ਸੀ। ਸੋ ਉਹਨਾਂ ਨੂੰ ਆਪਸ 'ਚ ਕੰਬਾਈਨ ਕਰਕੇ ਜੋ ਹੈ ਰਿਲੇਸ਼ਨ ਬਣਦਾ ਹੈ। ਸੋ ਇੱਥੇ ਲਿਖਿਆ ਹੋਇਆ ਅਕੋਰਡਿੰਗ ਟੂ ਮੈਕਸ ਪਲੈਂਕ E ਇਜ਼ ਇਕੁਅਲ ਟੂ ਐਚ ਨਿਊ। ਪਲੈਂਕਸ ਥਿਊਰੀ ਪੜ੍ਹੀ ਹੈ ਤੁਸੀਂ, ਪਲੈਂਕਸ ਕੁਆਂਟਮ ਥਿਊਰੀ, ਉਹਦੇ 'ਚ ਪਲੈਂਕਸ ਨੇ ਦੱਸਿਆ ਸੀ ਕਿ ਜਿਹੜੀ એનર્ਜੀ ਹੈ ਕਿਸੇ ਵੀ ਫੋਟੋਨ ਦੀ ਉਹ ਐਚ ਨਿਊ ਦੇ ਬਰਾਬਰ ਹੁੰਦੀ ਹੈ। ਤੇ ਨਿਊ ਜੋ ਹੈ ਇਹਦੇ ਬਾਰੇ ਵੀ ਤੁਸੀਂ ਪੜ੍ਹਿਆ ਹੁੰਦਾ C ਬਾਏ ਲੈਮਡਾ। ਸੋ ਨਿਊ ਦੀ ਵੈਲਿਊ ਇੱਥੇ ਪੁੱਟ ਕਰ ਦਈਏ ਤਾਂ ਇਹ ਹੋ ਗਿਆ ਸਾਡੇ ਕੋਲ E ਇਜ਼ ਇਕੁਅਲ ਟੂ ਐਚ ਸੀ ਬਾਏ ਲੈਮਡਾ। ਇਹਨੂੰ ਇਕੁਏਸ਼ਨ ਨੰਬਰ 1 ਪਾ ਲਿਆ ਜਾਂਦਾ। ਅਕੋਰਡਿੰਗ ਟੂ ਆਇਨਸਟਾਈਨ ਨੇ ਇੱਕ ਰਿਲੇਸ਼ਨ ਦਿੱਤਾ ਸੀ E ਇਜ਼ ਇਕੁਅਲ ਟੂ mc ਸਕੁਅਰ, m ਮਾਸ ਆਫ ਇਲੈਕਟ੍ਰੋਨ, c ਵੈਲੋਸਿਟੀ ਆਫ ਲਾਈਟ, ਵੇਅਰ c ਇਜ਼ ਦਾ ਵੈਲੋਸਿਟੀ ਆਫ ਲਾਈਟ। ਇਹਨੂੰ ਇਕੁਏਸ਼ਨ ਨੰਬਰ 2 ਪਾ ਲਿਆ। ਹੁਣ ਦੋਨੋਂ ਜੋ ਇਹ ਮਾਸ એનર્ਜੀ ਰਿਲੇਸ਼ਨਸ਼ਿਪਸ ਨੇ ਇਹਨਾਂ ਨੂੰ ਕੰਬਾਈਨ ਕੀਤਾ ਜਾਂਦਾ। ਦੇਖੋ ਲੈਫਟ ਹੈਂਡ ਸਾਈਡ ਬਰਾਬਰ ਹੈ ਤਾਂ ਇਟ ਮੀਨਸ ਆ ਜੋ ਜਿਹੜੀਆਂ ਰਾਈਟ ਹੈਂਡ ਸਾਈਡਸ ਨੇ ਇਹ ਵੀ ਬਰਾਬਰ ਹੋਣਗੀਆਂ, ਮਤਲਬ ਐਚ ਸੀ ਬਾਈ ਲੈਮਡਾ ਜੋ ਹੈ ਉਹ MC ਸਕੁਅਰ ਦੇ ਬਰਾਬਰ ਹੋਏਗਾ। ਸੋ ਕਿ ਨੈਕਸਟ ਹੈ ਬਾਈ ਕੰਬਾਈਨਿੰਗ ਇਕੁਏਸ਼ਨ 1 ਐਂਡ 2 ਐਚ ਸੀ ਬਾਈ ਲੈਮਡਾ ਇਜ਼ ਇਕੁਅਲ ਟੂ MC ਸਕੁਅਰ, ਜਿਵੇਂ ਤੁਹਾਨੂੰ ਦੱਸਿਆ। ਸੋ ਇੱਧਰ ਵੀ C ਤੇ ਇੱਕ CA ਕੈਂਸਲ ਹੋ ਗਏ। ਸੋ H ਅਪੋਨ ਲੈਮਡਾ ਇਜ਼ ਇਕੁਅਲ ਟੂ MC, ਲੈਮਡਾ ਇੱਕ ਪਾਸੇ ਉੱਪਰ ਲੈ ਗਏ, MC ਨੂੰ ਨੀਚੇ ਲਿਆਏ। ਸੋ ਇਹ ਹੋ ਗਿਆ ਲੈਮਡਾ ਇਜ਼ ਇਕੁਅਲ ਟੂ H ਅਪੋਨ MC। ਦਿਸ ਇਕੁਏਸ਼ਨ ਇਜ਼ ਵੈਲਿਡ ਫॉर ए ਫੋਟੋਨ ਆਫ ਲਾਈਟ ਬਟ ਹਾਂ ਇਹਦੇ 'ਚ ਕਹਿੰਦੇ ਇਹ ਚੀਜ਼ ਦੱਸੀ ਗਈ ਹੈ ਕਿ ਇਹ ਜਿਹੜੀ ਇਕੁਏਸ਼ਨ ਹੈ ਜਿਹੜਾ ਲਾਈਟ ਦਾ ਇੱਕ ਫੋਟੋਨ ਹੈ, ਸਮਾਲ ਪੈਕਟ ਆਫ એનર્ਜੀ ਉਹਨੂੰ ਫੋਟੋਨ ਕਹਿੰਦੇ ਆ, ਸਿਰਫ ਉਹਦੇ ਲਈ ਵੈਲਿਡ ਹੈ। ਬਟ ਡੀ ਬਰੋਗਲੀ ਸੁਜੈਸਟਡ ਦੈਟ on substituting the velocity of a material particle v in place of velocity of light c, the equation can also be applied to material particles। ਪਰ ਕਹਿੰਦੇ ਡੀ ਬਰੋਗਲੀ ਨੇ ਸੁਜੈਸ਼ਨ ਦਿੱਤੀ ਕਿ ਜਦੋਂ ਆ ਵੈਲੋਸਿਟੀ ਜਿਹੜੀ ਹੈ c ਵੈਲੋਸਿਟੀ ਆਫ ਲਾਈਟ ਇਹਦੀ ਥਾਂ ਤੇ ਜੇਕਰ ਮਟੀਰੀਅਲ ਪਾਰਟੀਕਲਸ ਦੀ ਵੈਲੋਸਿਟੀ v ਪੁੱਟ ਕਰ ਦਈਏ, ਕਹਿੰਦੇ ਆਪਾਂ on substituting the velocity of material particles v in place of velocity of light c ਦੀ ਥਾਂ ਤੇ ਜੇਕਰ ਕਹਿੰਦੇ ਇੱਥੇ v ਪੁੱਟ ਕਰ ਦਈਏ ਮਟੀਰੀਅਲ ਪਾਰਟੀਕਲਸ ਦੀ ਵੈਲੋਸਿਟੀ, then this equation can also be applied to material particles। ਤਾਂ ਫਿਰ ਕਹਿੰਦੇ ਉਸ ਸਮੇਂ ਇਹ ਇਕੁਏਸ਼ਨ ਮਟੀਰੀਅਲ ਪਾਰਟੀਕਲਸ ਦੀ ਵੇਵਲੈਂਥ ਕੈਲਕੂਲੇਟ ਕਰਨ ਦੇ ਲਈ ਵੀ ਅਪਲਾਈ ਕੀਤੀ ਜਾ ਸਕਦੀ ਹੈ। hence this equation becomes lambda is equal to h upon mv। ਸੋ ਇੱਥੇ ਫਿਰ c ਦੀ ਥਾਂ ਤੇ v ਪੁੱਟ ਕਰ ਦਿੱਤਾ ਜਾਂਦਾ ਹੈ। ਸੋ ਇਹ ਇੱਕ ਰਿਲੇਸ਼ਨਸ਼ਿਪ ਹੈ ਸਾਡੇ ਕੋਲ ਡੀ ਬਰੋਗਲੀ ਰਿਲੇਸ਼ਨਸ਼ਿਪ, ਜਿਹਦੇ ਵਿੱਚ ਜੋ ਕਿਸੇ ਵੀ ਮਟੀਰੀਅਲ ਪਾਰਟੀਕਲਸ ਨੇ ਉਹਨਾਂ ਦੀ ਵੇਵਲੈਂਥ ਕੈਲਕੂਲੇਟ ਕੀਤੀ ਜਾ ਸਕਦੀ ਹੈ ਜੇਕਰ ਉਹਨਾਂ ਦਾ ਮਾਸ ਪਤਾ ਹੈ ਤੇ ਨਾਲ ਉਹਨਾਂ ਦੀ ਵੈਲੋਸਿਟੀ ਪਤਾ ਹੈ। ਸੋ ਇਹ ਫਸਟ ਜੋ ਹੈ ਸਾਡੇ ਕੋਲ ਡਿਵੈਲਪਮੈਂਟ ਮਾਡਰਨ ਕਨਸੈਪਟ ਆਫ ਸਟਰਕਚਰ ਆਫ ਐਟਮ ਦੇ ਲਈ। ਸੋ ਅੱਜ ਦੇ ਲਈ ਤੁਹਾਡਾ ਇੰਨੇ ਟੌਪਿਕ ਸਹੀ ਇਹ। ਨੈਕਸਟ ਟੌਪਿਕ ਤੁਹਾਡਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।